स्टूडेंट्स आपां सबजैक्ट पढ़ रहे हैं सॉफ्टवेयर इंजीनियरिंग। सब तो पहला इहदे विच फर्स्ट चैप्टर है सिस्टम्स। वॉट इज सिस्टम? A system is a group of interrelated components that work together to achieve a common goal. System की हुंदा बेसिकली ਇਹਦੇ ਵਿੱਚ ਅਲੱਗ-ਅਲੱਗ ਕੰਪੋਨੈਂਟਸ ਹੈ, ਉਹ ਸਾਰੇ ਇੱਕ ਦੂਸਰੇ ਨਾਲ ਜੁੜੇ ਹੁੰਦੇ ਹੈ ਤੇ ਸਾਰੇ ਕੰਪੋਨੈਂਟਸ ਜੋੜ ਕੇ ਇੱਕ ਸਿਸਟਮ ਬਣਦਾ ਹੈ ਤਾਂ ਕਿ ਉਹ ਇੱਕ ਆਬਜੈਕਟਿਵ ਜਾਂ ਕੋਈ ਗੋਲ ਲਈ ਬਣਿਆ ਹੁੰਦਾ ਉਹ ਕੰਪਲੀਟ ਕਰ ਸਕੇ। ਫੋਰ ਐਗਜ਼ਾਮਪਲ ਇੱਕ ਵਾਸ਼ਿੰਗ ਮਸ਼ੀਨ ਹੈ, ਉਹ ਵੀ ਇੱਕ ਸਿਸਟਮ ਹੈ। ਉਹਦਾ ਮੇਨ ਗੋਲ ਕੀ ਹੈ, ਕੰਮ ਕੀ ਹੈ ਕਿ ਉਹਨੇ क्लोथ्स अपने वॉश करने हैं, तो ਉਹਦੇ ਵਿੱਚ ਕੀ ਅਲੱਗ-ਅਲੱਗ ਕੰਪੋਨੈਂਟਸ ਅਟੈਚ ਹੁੰਦੇ ਆ। ਆਈਸੀ ਚਿਪਸ ਲੱਗੀਆਂ, ਆਟੋਮੇਸ਼ਨ ਲਈ ਕੋਈ ਸੌਫਟਵੇਅਰ ਐਡ ਹੈ, ਪਲੱਸ ਹਾਰਡਵੇਅਰ ਯੂਜ਼ ਹੋਇਆ ਹੋਇਆ ਹੈ। ਸਿਮਿਲਰਲੀ ਇੱਕ ਕੰਪਿਊਟਰ ਸਿਸਟਮ ਹੈ, ਉਹਦੇ ਵਿੱਚ ਅਲੱਗ-ਅਲੱਗ ਕੰਪੋਨੈਂਟਸ ਲੱਗੇ ਆ ਜਿਵੇਂ ਮਾਊਸ, ਕੀਬੋਰਡ, ਪ੍ਰਿੰਟਰ, CPU, ਇਹ ਸਭ ਕੰਪੋਨੈਂਟਸ ਲੱਗੇ ਆ ਕਾਹਦੇ ਲਈ, ਤਾਂ ਕਿ ਇੱਕ ਕੰਪਿਊਟਰ ਸਿਸਟਮ ਬਣ ਸਕੇ ਤੇ ਉਹਦਾ ਮੇਨ ਕੰਮ ਕੀ ਹੈ, ਇਨਪੁਟਸ ਲੈਣਾ ਤੇ ਪ੍ਰੋਸੈਸ ਕਰਕੇ ਆਊਟਪੁੱਟਸ ਦੇਣਾ। 3 ਬੇਸਿਕ ਚੀਜ਼ਾਂ ਆਪਾਂ ਇਹਦੇ ਵਿੱਚ ਸਟੱਡੀ ਕਰਾਂਗੇ। ਸਿਸਟਮ ਦੇ ਵਿੱਚ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ। ਸਿਸਟਮ ਮਸਟ ਬੀ ਡਿਜ਼ਾਈਨ ਟੂ ਅਚੀਵ ਅ ਪ੍ਰੀ ਡਿਟਰਮਾਈਨਡ ਗੋਲ। ਪਹਿਲਾਂ ਇੱਕ ਗੋਲ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੰਮ ਕਰਨਾ ਹੈ ਜੋ ਆਪਾਂ ਸਿਸਟਮ ਬਣਾ ਰਹੇ ਹਾਂ। ਪਹਿਲਾਂ ਹੀ ਆਪਾਂ ਇੱਕ ਗੋਲ ਡਿਸਾਈਡ ਕਰ ਲੈਂਦੇ ਹਾਂ ਉਹ ਸਿਸਟਮ ਬਣਾਉਣ ਤੋਂ ਪਹਿਲਾਂ। ਨੈਕਸਟ ਹੈ ਇੰਡੀਵਿਜੂਅਲ ਕੰਪੋਨੈਂਟਸ ਮਸਟ ਬੀ ਕਨੈਕਟਿਡ ਟੂ ਈਚ ਅਦਰ ਐਂਡ ਡਿਪੈਂਡੈਂਟ ਔਨ ਈਚ ਅਦਰ। ਜੋ ਵੀ ਅਲੱਗ-ਅਲੱਗ ਕੰਪੋਨੈਂਟਸ ਜੋੜ ਕੇ ਆਪਾਂ ਸਿਸਟਮ ਬਣਾ ਰਹੇ ਹਾਂ, ਇਹ ਸਾਰੇ ਕੰਪੋਨੈਂਟਸ ਇੱਕ ਦੂਸਰੇ ਨਾਲ ਜੁੜੇ ਹੋਣੇ ਚਾਹੀਦੇ ਅਤੇ ਡਿਪੈਂਡੈਂਟ ਹੋਣੇ ਚਾਹੀਦੇ। ਇਹ ਡਿਪੈਂਡੈਂਸੀ ਦਾ ਮਤਲਬ ਅਗਰ ਇੱਕ ਦੇ ਵਿੱਚ ਚੇਂਜ ਕਰ ਰਹੇ ਹਾਂ ਤਾਂ ਦੂਸਰੇ ਦੇ ਵਿੱਚ ਵੀ ਚੇਂਜ ਰਿਫਲੈਕਟ ਹੋ ਰਿਹਾ ਹੈ। ਥਰਡ ਪੁਆਇੰਟ ਕੀ ਹੈ, ਦ ਓਬਜੈਕਟਿਵਸ ਆਫ ਐਨ ਆਰਗੇਨਾਈਜੇਸ਼ਨ ਟੇਕ ਪ੍ਰਾਇਓਰਿਟੀ ਓਵਰ ਦ ਓਬਜੈਕਟਿਵਸ ਆਫ ਇੰਡੀਵਿਜੂਅਲ ਸਬ ਸਿਸਟਮਸ। ਇਹਦਾ ਮੀਨਿੰਗ ਹੈ ਕਿ ਜੋ ਅਲੱਗ-ਅਲੱਗ ਆਪਾਂ ਕੰਪੋਨੈਂਟਸ ਲਗਾਏ ਆ ਜਾਂ ਉਹਨਾਂ ਨੂੰ ਸਬ ਸਿਸਟਮਸ ਵੀ ਕਹਿ ਦਿੰਦੇ ਆ, ਜੋ ਵੀ ਉਹ ਅਲੱਗ-ਅਲੱਗ ਆਪਾਂ ਲਗਾਏ ਹੈ ਉਹਨਾਂ ਦਾ ਇਕੱਲੇ ਦਾ ਓਬਜੈਕਟਿਵ ਨਾਲੋਂ ਆਪਣਾ ਪ੍ਰਾਇਓਰਿਟੀ ਕੀ ਹੈ, ਮੇਨ ਪੁਆਇੰਟ ਕੀ ਹੈ ਵੀ ਜੋ ਵੀ ਆਪਾਂ ਜੋੜ ਕੇ ਸਿਸਟਮ ਬਣਾਇਆ ਉਹਦਾ ਗੋਲ ਅਚੀਵ ਹੋਣਾ ਚਾਹੀਦਾ। ਇੱਕ ਕੰਪੋਨੈਂਟ ਦੇ ਕੰਮ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਨੈਕਸਟ ਟੌਪਿਕ ਇਜ਼ ਕਰੈਕਟਰਿਸਟਿਕਸ ਆਫ ਸਿਸਟਮਸ। ਸਭ ਤੋਂ ਪਹਿਲਾ ਪੁਆਇੰਟ ਹੈ ਆਰਗੇਨਾਈਜੇਸ਼ਨ। ਆਰਗੇਨਾਈਜੇਸ਼ਨ ਮਤਲਬ ਜੋ ਵੀ ਆਪਾਂ ਸਿਸਟਮ ਬਣਾ ਰਹੇ ਹਾਂ ਇੱਕ ਪ੍ਰੋਪਰ ਆਰਗੇਨਾਈਜੇਸ਼ਨ ਹਾਇਰਾਰਕੀ ਫੋਲੋ ਕਰਨਾ ਚਾਹੀਦਾ ਹੈ। ਜਿਵੇਂ ਫੋਰ ਐਗਜ਼ਾਮਪਲ ਇੱਕ ਮੈਨੂਫੈਕਚਰਿੰਗ ਕੰਪਨੀ ਹੈ, ਉਹਦੇ ਵਿੱਚ ਹਾਇਰਾਰਕੀ ਕੀ ਹੁੰਦੀ ਹੈ, ਬਿਲਕੁਲ ਟੌਪ 'ਤੇ ਹੁੰਦਾ ਪ੍ਰੈਜ਼ੀਡੈਂਟ, ਫਿਰ ਵਾਈਸ ਪ੍ਰੈਜ਼ੀਡੈਂਟ, ਨੈਕਸਟ ਮੈਨੇਜਰ ਐਂਡ ਲੋਐਸਟ ਲੈਵਲ ਵਰਕਰਸ। ਪ੍ਰੈਜ਼ੀਡੈਂਟ ਕੀ ਹੈ, ਪ੍ਰੈਜ਼ੀਡੈਂਟ ਡਿਸੀਜਨ ਲੈਂਦਾ, ਕਮਾਂਡਸ ਦਿੰਦਾ ਅਤੇ ਉਹ ਬਿਲਕੁਲ ਨੀਚੇ ਤੱਕ ਫਲੋ ਕਰਦੀਆਂ, ਵਰਕਰਸ ਇੰਪਲੀਮੈਂਟ ਕਰਦੇ ਹੈ। ਇੱਕ ਪ੍ਰੋਪਰ ਹਾਇਰਾਰਕੀ ਹੋਣੀ ਚਾਹੀਦੀ ਹੈ। ਜਿਹੜੇ ਕੰਪੋਨੈਂਟਸ ਜੋੜੇ ਹੈ ਉਹਨਾਂ ਨੇ ਕਿਵੇਂ ਕੰਮ ਕਰਨਾ, ਡਾਟਾ ਕਿਵੇਂ ਫਲੋ ਹੋਊਗਾ, ਕਮਿਊਨੀਕੇਸ਼ਨ ਕਿਵੇਂ ਹੋਊ ਆਪਸ 'ਚ ਕੰਪੋਨੈਂਟਸ ਦੀ। ਇਹਦਾ ਮਤਲਬ ਹੈ ਆਰਗੇਨਾਈਜੇਸ਼ਨ। ਪ੍ਰੋਪਰ ਹਾਇਰਾਰਕੀ ਹੋਣੀ ਚਾਹੀਦੀ ਹੈ ਆਰਗੇਨਾਈਜੇਸ਼ਨ। ਕਿਹੜਾ ਕੰਪੋਨੈਂਟ ਕਿੱਥੇ ਲਗਾਇਆ ਜਾਣਾ, ਕਿਹੜੇ ਕੰਪੋਨੈਂਟ ਦਾ ਕੀ ਕੰਮ ਹੋਊ, ਕਿਹੜਾ ਕਿਹਦੇ ਨਾਲ ਅਟੈਚ ਹੋਏ, ਸਭ ਆਰਗੇਨਾਈਜੇਸ਼ਨ ਦੇ ਵਿੱਚ ਆਉਂਦਾ ਹੈ। ਨੈਕਸਟ ਪੁਆਇੰਟ ਹੈ ਕਰੈਕਟਰਿਸਟਿਕ ਦਾ ਇੰਟਰੈਕਸ਼ਨ। ਇੰਟਰੈਕਸ਼ਨ ਦਾ ਮਤਲਬ ਕੀ ਹੈ ਕਿ ਜੋ ਵੀ ਕੰਪੋਨੈਂਟਸ ਹੈ ਉਹ ਸਾਰੇ ਇੱਕ ਦੂਸਰੇ ਨਾਲ ਇੰਟਰੈਕਟ ਕਰਨੇ ਹੋਣੇ ਚਾਹੀਦੇ ਹੈ ਡਿਊਰਿੰਗ ਦ ਨੋਰਮਲ ਫੰਕਸ਼ਨਿੰਗ ਆਫ ਦ ਸਿਸਟਮ। ਜਦੋਂ ਸਿਸਟਮ ਕੰਮ ਕਰੇ ਸਾਰੇ ਕੰਪੋਨੈਂਟਸ ਇੱਕ ਦੂਸਰੇ ਵਿੱਚ ਇੰਟਰੈਕਟ ਹੋਣੇ ਜ਼ਰੂਰੀ ਹੈ। ਫੋਰ ਐਗਜ਼ਾਮਪਲ ਕੰਪਿਊਟਰ ਦੇ ਵਿੱਚ ਕੀ ਹੁੰਦਾ, ਇਨਪੁਟ ਆਊਟਪੁੱਟ ਡਿਵਾਈਸਿਸ ਮੈਮਰੀ ਨਾਲ ਇੰਟਰੈਕਟ ਕਰਦੇ ਆ ਅਤੇ ਜੋ ਮੈਮਰੀ ਹੈ ਉਹ CPU ਨਾਲ ਇੰਟਰੈਕਟ ਕਰਦੀ ਹੈ ਫੋਰ ਸਪਲਾਈਂਗ ਇਨਪੁੱਟ ਅਤੇ ਆਊਟਪੁੱਟ ਹੋਲਡ ਕਰਨ ਲਈ। ਬਹੁਤ ਸਾਰੇ ਡਿਫਰੈਂਟ ਇੰਟਰੈਕਸ਼ਨਸ ਹੁੰਦੇ ਆ ਕੰਪਿਊਟਰ ਸਿਸਟਮ ਦੇ ਵਿੱਚ। ਥਰਡ ਪੁਆਇੰਟ ਕੀ ਹੈ, ਇੰਟਰਡਿਪੈਂਡੈਂਸ। ਇੰਟਰਡਿਪੈਂਡੈਂਸ ਮਤਲਬ ਜੋ ਵੀ ਆਪਣੇ ਕੰਪੋਨੈਂਟਸ ਅਟੈਚ ਕੀਤੇ ਆ ਕੰਪਿਊਟਰ ਦੇ ਵਿੱਚ ਉਹ ਸਾਰੇ ਇੱਕ ਦੂਸਰੇ 'ਤੇ ਡਿਪੈਂਡੈਂਟ ਹੋਣੇ ਚਾਹੀਦੇ ਹੈ। ਫੋਰ ਐਗਜ਼ਾਮਪਲ ਇੱਕ ਆਊਟਪੁੱਟ ਹੈ ਪ੍ਰੋਡਕਸ਼ਨ ਡਿਪਾਰਟਮੈਂਟ ਦੀ, ਉਹ ਸੇਲਸ ਡਿਪਾਰਟਮੈਂਟ ਦੀ ਇਨਪੁੱਟ ਬਣ ਜਾਂਦੀ ਹੈ। ਫਰਦਰ ਜਿਹੜੀ ਸੇਲਸ ਡਿਪਾਰਟਮੈਂਟ ਦੀ ਆਊਟਪੁੱਟ ਹੈ ਉਹ ਇਨਪੁੱਟ ਜਾਊਗੀ ਅਕਾਊਂਟਿੰਗ ਡਿਪਾਰਟਮੈਂਟ ਨੂੰ। ਸਿਮਿਲਰਲੀ ਆਪਣੇ ਕੰਪਿਊਟਰ ਦੇ ਵਿੱਚ ਵੀ ਕੀ ਹੁੰਦਾ ਹੈ, ਕੰਪਿਊਟਰ ਸਿਸਟਮ ਦੇ ਵਿੱਚ ਵਰਕਿੰਗ ਦੇ ਵਿੱਚ ਕੀ ਹੁੰਦਾ ਹੈ, ਇੰਡੀਵਿਜੂਅਲ ਯੂਜ਼ਰਸ ਹੈ ਜਿਹੜੇ ਐਨਾਲਿਸਟ ਹੈ, ਪ੍ਰੋਗਰਾਮਰਸ ਹੈ, ਟੈਸਟਰਸ ਹੈ, ਇਹ ਸਾਰੇ ਇੱਕ ਚੇਨ ਨਾਲ ਜੁੜੇ ਹੁੰਦੇ ਹੈ। ਇਹ ਸਾਰੇ ਡਿਪੈਂਡੈਂਟ ਹੁੰਦੇ ਆ, ਇੱਕ ਦਾ ਆਊਟਪੁੱਟ ਦੂਸਰੇ ਨੂੰ ਇਨਪੁੱਟ ਚਲਾ ਜਾਂਦਾ ਹੈ। ਨੈਕਸਟ ਹੈ ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਵਰਡ ਦਾ ਮਤਲਬ ਹੁੰਦਾ ਜੋੜਨਾ, ਜੋ ਵੀ ਆਪਾਂ ਸਾਰੇ ਕੰਪੋਨੈਂਟਸ ਆ ਉਹਨਾਂ ਨੂੰ ਜੋੜਨਾ। ਇਹ ਦੱਸਦਾ ਹਾਊ ਅ ਸਿਸਟਮ ਹੈਜ਼ ਬੀਨ ਇੰਟੀਗ੍ਰੇਟਿਡ ਫਰੋਮ ਆਲ ਇਟਸ ਸਬ ਸਿਸਟਮਸ, ਕਿਸ ਤਰੀਕੇ ਨਾਲ ਉਹਨਾਂ ਨੂੰ ਜੋੜਿਆ ਹੋਇਆ। ਇਹਦਾ ਮਤਲਬ ਹੈ ਸਾਰੇ ਪਾਰਟਸ ਹੈ ਜਿਹੜੇ ਸਿਸਟਮ ਦੇ ਉਹ ਇਕੱਠੇ ਕੰਮ ਕਰਦੇ ਟੂ ਪਰਫਾਰਮ ਅ ਯੂਨੀਕ ਫੰਕਸ਼ਨ ਇਨ ਦ ਸਿਸਟਮ। ਓਵਰਆਲ ਪਰਫਾਰਮੈਂਸ ਨੂੰ ਇਹ ਵਧਾ ਦਿੰਦਾ ਸਿਸਟਮ ਦੀ।
लास्ट पॉइंट है सेंट्रल ऑब्जेक्टिव। सेंट्रल ऑब्जेक्टिव सारे तो मेन करैक्टरिस्टिक है। हर ऑर्गेनाइजेशन का हर सिस्टम का एक सेंट्रल ऑब्जेक्टिव दस्सिया हुंदा काहदे लई ओह बनया होया है, काहदे लई ओह सिस्टम बनया, वो ऑब्जेक्टिव होना ਜ਼ਰੂਰੀ है। ਆਪਾਂ ਨੂੰ अलग-अलग कंपोनेंट्स ਤੇ ਇੰਨਾ ਧਿਆਨ नहीं देना, ਉਹਨਾਂ ਦੀ फंक्शनिंग ਤੇ मेन ध्यान देना कि जो चीज़ ਆਪਾਂ जोड़ के सारी बनाई है, सिस्टम बनाया है, वो अपने गोल अचीव कर रहा है या नहीं। नैक्सट टॉपिक है एलीमेंट्स ऑफ अ सिस्टम। सिस्टम के की एलीमेंट्स होंगे। सब तो पहला एलीमेंट है आउटपुट्स एंड इनपुट्स। जो भी सिस्टम बनावांगे उसके इनपुट्स होंगे, कुछ आउटपुट होंगे। फॉर एग्जाम्पल कंप्यूटर सिस्टम है, ये आप दो नंबर दिने 3 ते 5, उन्हों की एडिशन करनी है, तो आप इनपुट की दिता है दो नंबर्स 3 एंड 5। प्रोसैसर की करूँगा, उसनों प्रोसैस करूँगा, एडिशन करूँगा दोनों की, तो आउटपुट की दे दूँगा 8। तो वैरी फर्स्ट पॉइंट है जोड़ा हर सिस्टम का इनपुट होगा आउटपुट होगा। जिमें फॉर एग्जाम्पल ATM मशीन है, वो भी एक सिस्टम है, वो इनपुट की है कस्टमर टाइप ऑफ अकाउंट दसदा है, तो कितना अमाउंट विड्रॉ करना है वो दसदा है, ये सब अपना पिन भरदा है। उस तो बाद आउटपुट किया जाता है, अपन कैश आ जाता है, प्रोसैस मशीन अपनी प्रोसैस करती है ATM मशीन। सैकेंड पॉइंट की है प्रोसैसर्स। प्रोसैसर की करता है, कन्वर्ट करता है इनपुट नू आउटपुट दे विच, प्रोसैस करता है ये इनपुट नू, ट्रांसफॉर्म करता है इनपुट नू। फॉर्मूलाज यूज़ होंगे ये विच, जिवें ATM मशीन दे विच की है प्रोसैसर की करता है, ATM मशीन वेरीफाई करती है कस्टमर के अकाउंट नू, पिन नू की सही है। अगर सारा कुछ ओके कर दी है मशीन प्रोसैसर, फिर ही कोरस्पोंडिंग आउटपुट आता है। थर्ड पॉइंट की है कंट्रोल। कंट्रोल दे विच एक ही करता है, परफॉर्म करता है टास्क ऑफ डिसीजन मेकिंग। जो भी डिसीजन मेकिंग लेना है, जिमें फॉर एग्जाम्पल कोई भी ऑर्गेनाइजेशन है, उस दे विच डिसीजन मेकिंग अथॉरिटी मैनेजमेंट कमेटी होंदी है, तो जो लोअर लैवल कंपोनेंट्स है वो सारे वो डिसीजन नू फॉलो करते हैं। सिमिलरली कंप्यूटर दे विच भी एक कंट्रोल यूनिट होंदा जिहड़ा डिसीजन लैंदा कि इनपुट कित्थों जाऊगा, आउटपुट कित्थे आऊगा, कित्थे मैमरी दे विच रखिया जाऊगा डाटा। कंट्रोल यूनिट सारा कंट्रोल करता है फंक्शनिंग नू। इस तो बाद नैक्सट पॉइंट अपने कोल है फीडबैक। फीडबैक दे विच की है, जो भी आपां सिस्टम बनाए है, एक इनू डायनेमिक सिस्टम दे विच बनाना है, ताकि टाइम टू टाइम अगर कोई चेंजिस आई जाए, फीडबैक आई जाए कस्टमर का कि मैनू ये चीज़ चाहिए है, ये चीज़ अपडेट करो, वो अपडेट आपां टाइम टू टाइम करी जाइए। फॉर एग्जाम्पल अपने कोल नोकिया के फोन सीगे, नोकिया के फोन्स टैक्नोलॉजी नहीं लेटेस्ट यूज़ कर रहे थे, तां करके नोकिया कंपनी फेल हो गई। पर जो भी चंगी कंपनी है वो की है अपडेशनस करती रहती है, ਉਹਦੇ ਨਾਲ ਕੀ ਹੁੰਦਾ है ਉਹਦਾ नाम बनया रहता है। अपडेशनस करनिया बहुत जरूरी है। वो किहदे थ्रू ਹੁੰਦਾ है, कस्टमर तो फीडबैक लैके। नैक्सट पॉइंट इज़ एनवायरनमेंट। एनवायरनमेंट विच की है, जो भी आप सिस्टम बनावांगे एनवायरनमेंटल फैक्टर्स उन्होंने बहुत ज़्यादा इफेक्ट करते हैं। फॉर एग्जाम्पल टैंपरेचर हो गया, पानी हो गया, रेनी सीजन हो गया, ये सब सिस्टम नू अपना इफेक्ट करता है। कित्थे सिस्टम रखिया, कि हीट तो बचिया हुआ है, ये चीज़ आप ध्यान रखनी है। नैक्सट है बाउंड्रीज एंड इंटरफेसिस। हर कंप्यूटर सिस्टम है या कोई भी मशीन है, सिस्टम है, ਉਹਦੀਆਂ एक इंटरफेस ਹੁੰਦਾ कि वो किवें काम करता, कित्थे किहड़ा इंटरफेस उन्होंने चाहिए काम करने लई। ये बुकलेट होंदी है, ਉਹਦੇ ਵਿੱਚ सारा डिफाइंड ਹੁੰਦਾ, प्लस बाउंड्रीज ਉਹਦੇ ਵਿੱਚ दसिया ਹੁੰਦੀਆਂ। बाउंड्रीज मतलब लिमिट्स किवें काम करता ते कित्थे किस लैवल तक काम करता। अगर उस लैवल तो आप बाहर यूज़ करांगे तो खराब हो सकता है। नैक्सट है टाइप्स ऑफ सिस्टम्स। सब तो पहली टाइप है फिजिकल सिस्टम्स। फिजिकल सिस्टम्स किहड़े हुंदे आ, टैंजीबल, मतलब जिन्होंने आप टच कर सकते हैं तो फील कर सकते हैं, कुछ वेट होंदा उन्हां दा ते कुछ स्पेस वो ऑक्यूपाई करते हैं। फिजिकल सिस्टम्स दे विच जिवें कंप्यूटर सिस्टम आ गया, मशीन ATM मशीन हो गई, इन्हों आप टच से फील कर सकते हैं। ये दो टाइप्स आ जाते हैं, स्टैटिक ते डायनेमिक। स्टैटिक वो होंदे आ जिहड़े टाइम नाल चेंज नहीं करते, डायनेमिक वो होंदे आ जिवें टाइम नाल जो चेंज होंदे रहंदे आ। जिवें कंप्यूटर सिस्टम है वो स्टैटिक हो गया, वो चेंज नहीं होंदा, आपां नूं अगर कोई नवा वर्जन आ गया तो नवा वर्जन लेना पैंदा है। नैक्सट डायनेमिक। डायनेमिक जिवें सॉफ्टवेयर हो गया, सॉफ्टवेयर टाइम टू टाइम अपडेट होके चेंज होंदा रहिंदा है।
सैकेंड टाइप आ गया एबस्ट्रैक्ट सिस्टम्स। एबस्ट्रैक्ट सिस्टम्स होंगे कंसैप्चुअल वर्चुअल होंगे, इन्हों आप टच तो फील टच नहीं कर सकते, सिर्फ फील कर सकते हैं। जिमें एक 3D गेम्स खेडते हैं बच्चे, 3D गेम्स के की वो सिर्फ फील कर सकते हैं, टच नहीं कर सकते। फॉर एग्जाम्पल वो लोकेशन दिखाते हैं कि आप जंगल के खेल रहे हैं, आपू महसूस होंगे कि आप जंगल के हाँ, पर आप एक्चुअली जंगल के नहीं होंगे तो आप टच नहीं कर सकते। सिमिलरली ये होर एग्जाम्पल है एक पायलट ट्रेनिंग प्रोग्राम दी है, उन्होंने कि प्लेन किमें चलाना है, तो 3D के दिता जाता है, वो फील कर सकता है, सिर्फ वो टच नहीं कर सकता। थर्ड है नैचुरल सिस्टम्स। नैचुरल सिस्टम्स सैल्फ एक्सप्लेनेटरी है, मतलब जेडे कि नेचर ने बनाए है। फॉर एग्जाम्पल सोलर सिस्टम, रिप्रोडक्शन सिस्टम, एनर्जी सिस्टम, मॉलिक्यूलर सिस्टम, रेन सिस्टम। नैक्सट है मैन मेड सिस्टम्स। मैन मेड सिस्टम्स वो होंगे जोड़े ह्यूमन ने क्रिएट करे है। फॉर एग्जाम्पल ATM मशीन हो गया, टैली कम्यूनीकेशन सिस्टम हो गया, एजुकेशन सिस्टम हो गया, हेल्थ सिस्टम हॉस्पिटल्स वगैरह विच हो गया, सोशल सिस्टम हो गया, लीगल सिस्टम, पॉलिटिकल सिस्टम, मैन्युफैक्चरिंग, फाइनैंशियल, ये सब एग्जाम्पल्स है मैन मेड सिस्टम्स दियाँ। नैक्सट है ओपन एंड क्लोज सिस्टम्स। ओपन सिस्टम्स वो होंगे है जेडे एक्टिवली इंटरैक्ट करते हैं अदर सिस्टम्स नाल, ते क्लोज सिस्टम्स वो होंगे है जो कि कंप्लीटली आइसोलेटिड होंगे एनवायरनमेंट नाल ते दूसरे सिस्टम्स नाल इंटरैक्ट नहीं करते। क्लोज सिस्टम सिर्फ थ्योरी च ही एग्जिस्ट करते, एक्चुअली दे विच नहीं होंगे। मोस्टली सारे ओपन सिस्टम्स ही होंगे हैं। जिमें कंप्यूटराइज्ड इनफॉर्मेशन सिस्टम है, ओपन सिस्टम की एग्जाम्पल है। यह यूज़र के अकॉर्डिंग डिमांड चेंज करता रहता है, अलग अलग सिस्टम्स तो इनफॉर्मेशन इसनों आती रहती है, तो यूज़र के अकॉर्डिंगली अपडेट होता रहता है ओपन सिस्टम। नैक्सट है वैरी इंपॉर्टेंट इनफॉर्मेशन सिस्टम। इनफॉर्मेशन सिस्टम की होंदा है? एन इनफॉर्मेशन सिस्टम इज़ एन ऑर्गेनाइज्ड कलैक्शन ऑफ पीपल, हार्डवेयर रिसोर्सेज, सॉफ्टवेयर रिसोर्सेज, data resources and communication networks that is used to collect, transform and circulate the information in an organization। इनफॉर्मेशन सिस्टम बेसिकली की होंदा है? एक कलैक्शन होंदा है सब तो पहला पीपल, क्योंकि आप पीपल ही होंगे जो डाटा नू कलैक्ट करते हैं। हार्डवेयर रिसोर्सिज, जो डाटा कलैक्ट कर लिया तो आप कंप्यूटर के थ्रू उन्होंने एक्सैस करांगे, हार्डवेयर की हो गया कंप्यूटर। सॉफ्टवेयर जिथे डाटा स्टोर करना है तो उन्होंने प्रोसैस करने लिए यूज़ होंदा है, जिवें DBMS डाटाबेस मैनेजमेंट सिस्टम, ओरेकल, SQL सर्वर, ये सॉफ्टवेयर्स ने। डाटा रिसोर्सिज जितों डाटा कलैक्ट करें, जिवें सर्वेज हो गया, ईमेल के थ्रू कलैक्ट कर लिया, रेटिंग्स के थ्रू कलैक्ट कर लिया। एंड कम्यूनीकेशन नैटवर्क्स, अगर आप ईमेल के थ्रू डाटा कलैक्ट कर रहे हैं तो इंटरनेट वगैरह की आपू जरूरत पैंदी है, वो कम्यूनीकेशन नैटवर्क्स आ गया। दैट इज़ यूजड, हुणे सारा जो रिसोर्सिज है यूज़ हो गए कादे लई? कलैक्ट, पहला इनफॉर्मेशन कलैक्ट करी, ट्रांसफॉर्म चेंज की एंड सर्कुलेट द इनफॉर्मेशन इन एन ऑर्गेनाइजेशन, तो सारिਆਂ ਨੂੰ इनफॉर्मेशन डिस्ट्रीब्यूट करती। यदि बहुत वधिया एग्जाम्पल है एक कंपनी जो कि प्रोडक्ट्स बनाती है, वो की करूगी अपने कस्टमर्स तो फीडबैक लऊगी, रेटिंग लऊगी, सर्वे फॉर्म्स भरवाऊगी, तो जो सारी रेटिंग्स तो सर्वेस कंपनी को डाटा कलैक्ट कर लैंदी है कस्टमर्स तो, वो सर्वे नू देखती है। फॉर एग्जाम्पल कोई प्रोडक्ट की रेटिंग 4 आई है 10 चो, तो कंपनी को पता लग जू कि कस्टमर्स इन्हों नहीं लाइक कर रहे, या तो कंपनी वो प्रोडक्ट बनाना बंद कर दूगी क्योंकि उन्होंने लॉस हो रहा है, या वो चेंजिस कर दूगी, उन्होंने इंप्रूव कर दूगी। तो वो की कर रही है कंपनी, डाटा कलैक्ट करके उन्होंने यूज़ करके सारे अपने इंपलॉयज़ नू वंड रही है ताकि वो प्रोडक्ट के इंप्रूवमेंट ले आन। नैक्सट है टाइप्स ऑफ इनफॉर्मेशन सिस्टम्स। सब तो पहला है मैनेजमेंट इनफॉर्मेशन सिस्टम। मैनेजमेंट इनफॉर्मेशन सिस्टम की है? इनफॉर्मेशन कलैक्शन ते एनालिसिस सिस्टम है दैट फैसिलिटेट्स एक्सैस टू प्रोग्राम एंड पार्टिसिपेंट इनफॉर्मेशन। यदि बेस्ट एग्जाम्पल है लाइब्रेरी मैनेजमेंट सिस्टम। लाइब्रेरी दे विच जदों आपां जाने हैं बुक्स इशू कराने हैं तो आपां नूं सॉफ्टवेयर तो ही पता चल जाता है कि किहड़ी बुक कित्थे पई है, प्लस किन्ने स्टूडेंट्स ने किहड़ियां बुक्स लै रखी हैं तो किन्ने टाइम दी बुक्स लै रही हैं, फाइन वगैरह उन्होंने सारा उत्थे ऑटोमैटिकली कैलकुलेट हो जाता है। सैकेंड टाइप है एग्जीक्यूटिव सपोर्ट सिस्टम्स। एग्जीक्यूटिव सपोर्ट सिस्टम्स होंगे है वो सिस्टम्स जिहड़े अलाउ करते हैं टू टर्न द ऑर्गेनाइजेशन डाटा इनटू यूजफुल एंड समराइज्ड रिपोर्ट्स। ऑर्गेनाइजेशन का सारा डाटा इकट्ठा करके वो विचों रिपोर्ट्स बन जांदियां। ये काहदे लई यूज़ होंदियां? रिपोर्ट्स बिलिंग लिए यूज़ होंदी हैं, कॉस्ट अकाउंटिंग, ह्यूमन रिसोर्स
ਇਹਨਾਂ ਲਈ ਯੂਜ਼ ਹੁੰਦੀਆਂ। ਨੈਕਸਟ ਟਾਈਪ ਹੈ ਡਿਸੀਜਨ ਸਪੋਰਟ ਸਿਸਟਮ। ਉਹ ਇਨਫੋਰਮੇਸ਼ਨ ਸਿਸਟਮ ਜਿਹਦੇ ਤੋਂ ਆਪਾਂ ਡਿਸੀਜਨ ਲੈ ਸਕੀਏ। ਫੋਰ ਐਗਜ਼ਾਮਪਲ ਇਹਦੇ ਵਿੱਚ ਕੀ ਹੈ, ਬਿਜ਼ਨਸ ਪ੍ਰੋਬਲਮਸ ਹੈ। ਜਿਵੇਂ ਆਪਾਂ ਡਾਟਾ ਕਲੈਕਟ ਕਰ ਲਿਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਆਪਾਂ ਇੱਕ ਕੰਪਨੀ ਹੈ ਜੋ ਪ੍ਰੋਡਕਟ ਬਣਾ ਰਹੀ ਹੈ, ਉਹ ਵੇਰੀਅਸ ਕਸਟਮਰਸ ਤੋਂ ਡਾਟਾ ਲੈਂਦੀ ਹੈ ਅਤੇ ਉੱਥੋਂ ਡਿਸੀਜਨ ਲੈਂਦੀ ਹੈ ਕਿ ਪ੍ਰੋਡਕਟ ਦੇ ਵਿੱਚ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈ ਜਾਂ ਪ੍ਰੋਡਕਟ ਨੂੰ ਨਾ ਬਣਾਈਏ। ਉੱਥੋਂ ਡਿਸੀਜਨ ਲੈ ਲੈਂਦੀ ਹੈ ਡਾਟਾ ਕਲੈਕਟ ਕਰਕੇ। ਨੈਕਸਟ ਹੈ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ। ਟ੍ਰਾਂਜੈਕਸ਼ਨ ਬੇਸਿਕਲੀ ਕੀ ਹੈ, ਜਿਹੜੇ ਬੈਂਕਿੰਗ ਟ੍ਰਾਂਜੈਕਸ਼ਨਸ ਹੁੰਦੀਆਂ, ਡੇ ਟੂ ਡੇ ਟ੍ਰਾਂਜੈਕਸ਼ਨਸ ਹੈ। ਬੈਸਟ ਐਗਜ਼ਾਮਪਲ ਹੈ ਇਹਦੀ ਬੈਂਕਸ ਦੇ ਵਿੱਚ ਯੂਜ਼ ਹੁੰਦਾ ਇਹ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ। ਟ੍ਰਾਂਜੈਕਸ਼ਨਸ ਜਿਵੇਂ ਡਿਪੋਜ਼ਿਟ ਕਰਨਾ, ਵਿਡਰੋਲ ਕਰਨਾ, ਬੈਲੈਂਸ ਇਨਕੁਆਇਰੀ ਕਰਨਾ, ਇਹ ਸਭ ਟ੍ਰਾਂਜੈਕਸ਼ਨਸ ਹੁੰਦੀਆਂ। ਨੈਕਸਟ ਹੈ ਨੌਲੇਜ ਮੈਨੇਜਮੈਂਟ ਸਿਸਟਮਸ। ਨੌਲੇਜ ਮੈਨੇਜਮੈਂਟ ਸਿਸਟਮਸ ਹੁੰਦੇ ਆ ਨੌਲੇਜ ਨੂੰ ਮੈਨੇਜ ਕਰਨ ਵਾਸਤੇ ਔਰਗਨਾਈਜੇਸ਼ਨ ਦੇ ਵਿੱਚ। ਫੋਰ ਐਗਜ਼ਾਮਪਲ ਔਨਲਾਈਨ ਬੁੱਕਸ ਦਾ ਸੋਫਟਵੇਅਰ ਹੁੰਦਾ, ਔਨਲਾਈਨ ਬੁੱਕਸ ਅਵੇਲੇਬਲ ਹੈ, ਉਹ ਤੋਂ ਜਿੰਨੀ ਮਰਜ਼ੀ ਤੁਸੀਂ ਬੁੱਕਸ ਪੜ੍ਹ ਸਕਦੇ ਹੋ, ਔਨਲਾਈਨ ਅਵੇਲੇਬਲ ਹੈ। ਤੁਹਾਡੀ ਨੌਲੇਜ ਦੀ ਮੈਨੇਜਮੈਂਟ ਹੋ ਜਾਂਦੀ ਹੈ। ਨੈਕਸਟ ਹੈ ਆਫਿਸ ਆਟੋਮੇਸ਼ਨ ਸਿਸਟਮਸ। ਆਫਿਸ ਆਟੋਮੇਸ਼ਨ ਸਿਸਟਮਸ ਜਿਵੇਂ ਮਾਈਕਰੋਸੋਫਟ ਵਰਡ, ਮਾਈਕਰੋਸੋਫਟ ਐਕਸੈਲ, ਇਹ ਸਭ ਯੂਜ਼ ਹੁੰਦੇ ਹੈ। ਕਾਹਦੇ ਲਈ? ਤਾਂ ਕਿ ਆਟੋਮੈਟਿਕ ਡੇ ਟੂ ਡੇ ਵਰਕਿੰਗ ਇੰਪਲੋਇਜ਼ ਦੀ ਜਾਣ ਸਕੀਏ। ਫੋਰ ਐਗਜ਼ਾਮਪਲ ਇੰਪਲੋਇਜ਼ ਦੀ ਸੈਲਰੀ ਐਟ ਦ ਐਂਡ ਆਫ ਦ ਮੰਥ ਆਪਣੇ ਆਪ ਆਟੋਮੈਟਿਕਲੀ ਕੰਪਿਊਟਰ ਕੈਲਕੂਲੇਟ ਕਰਦਾ ਰਹਿੰਦਾ, ਇਹਦੇ ਵਿੱਚ ਆ ਜਾਂਦਾ ਆਫਿਸ ਆਟੋਮੇਸ਼ਨ ਸਿਸਟਮਸ। ਲਾਸਟ ਟਾਈਪ ਹੈ ਅਕਾਊਂਟਿੰਗ ਇਨਫੋਰਮੇਸ਼ਨ ਸਿਸਟਮਸ। ਅਕਾਊਂਟਿੰਗ ਇਨਫੋਰਮੇਸ਼ਨ ਸਿਸਟਮਸ ਦੇ ਵਿੱਚ ਕੀ ਹੈ, ਅਕਾਊਂਟਸ ਦੇ ਵਿੱਚ ਯੂਜ਼ ਹੁੰਦਾ। ਜਿਵੇਂ ਇੱਕ CA ਹੁੰਦਾ, ਚਾਰਟਰਡ ਅਕਾਊਂਟੈਂਟ, ਉਹਦੇ ਕੋਲ ਬਹੁਤ ਸਾਰੀਆਂ ਫਰਮਸ, ਕੰਪਨੀਜ਼ ਦਾ ਅਕਾਊਂਟਸ ਦਾ ਕੰਮ ਹੁੰਦਾ। ਇਹ ਸਿਸਟਮ ਨਾਲ ਉਹ ਕੀ ਹੈ, ਸਾਰਾ ਕਿੰਨੇ ਟੈਕਸਿਸ ਬਣਨਗੇ, ਕਿੰਨੀ ਇਨਕਮ ਹੈ, ਕਿਵੇਂ ਉਹ ਕਿਵੇਂ ਸੇਵਿੰਗਸ ਹੋ ਸਕਦੀਆਂ, ਇਹ ਸਭ ਬੈਂਕਸ ਦਾ ਉਹਦੀ ਅਕਾਊਂਟਸ ਦਾ ਡਾਟਾ ਉਹਨੂੰ ਮੈਨੇਜ ਕਰਨ ਲਈ ਹੁੰਦਾ। ਨੈਕਸਟ ਟੋਪਿਕ ਵੀ ਆਰ ਗੋਇੰਗ ਟੂ ਸਟੱਡੀ ਇਜ਼ ਓਵਰਵਿਊ ਆਫ ਸਿਸਟਮ ਐਨਾਲਿਸਿਸ ਐਂਡ ਡਿਜ਼ਾਈਨ। First of all, what is system analysis? System analysis is the collection of notations, methodologies, and tools that are used to collect details and analyze a problem situation before designing and implementing an information system. In system analysis ਦੇ ਵਿੱਚ ਆਪਾਂ ਕੀ ਕਰਦੇ ਹਾਂ, ਜੋ ਵੀ ਆਪਾਂ ਸਿਸਟਮ ਬਣਾਉਣਾ ਹੈ, ਜਿਸ ਟਾਈਪ ਦਾ ਵੀ ਸਿਸਟਮ ਆਪਾਂ ਬਣਾਉਣਾ ਹੈ, ਸਭ ਤੋਂ ਪਹਿਲਾਂ ਉਹਦੇ ਵਿੱਚ ਦੇਖਦੇ ਹਾਂ ਕਿਹੜੇ ਮੈਥਡਸ ਯੂਜ਼ ਹੋਣਗੇ, ਕੀ ਨੋਟੇਸ਼ਨਸ ਆਪਾਂ ਯੂਜ਼ ਕਰਾਂਗੇ ਸਿਸਟਮ ਲਈ। ਪ੍ਰੋਬਲਮ ਨੂੰ ਸਾਰੀ ਨੂੰ ਪਹਿਲਾਂ ਐਨਾਲਾਈਜ਼ ਕਰਾਂਗੇ ਕਿ ਕੀ ਆਪਾਂ ਸਿਸਟਮ ਬਣਾ ਰਹੇ ਹਾਂ, ਜੋ ਆਪਾਂ ਬਣਾ ਰਹੇ ਹਾਂ ਕੀ ਉਹ ਯੂਜ਼ ਦੇ ਵਿੱਚ ਆ ਜਾਊਗਾ, ਉਹਦੇ ਬਣਾਉਣ ਦਾ ਮਕਸਦ ਕੀ ਹੈ, ਕਿਹੜੇ ਕਿਹੜੇ ਲੋਕਾਂ ਦੇ ਉਹ ਕੰਮ ਆਊਗਾ, ਕਿ ਇਹ ਸਿਸਟਮ ਟਾਈਮ ਦੇ ਵਿੱਚ ਜਿੰਨਾ ਟਾਈਮ ਆਪਾਂ ਨੂੰ ਮਿਲਿਆ ਉਨੇ ਟਾਈਮ ਦੇ ਵਿੱਚ ਬਣ ਜਾਊਗਾ, ਅਤੇ ਕੀ ਉਹ ਸਿਸਟਮ ਆਪਣੇ ਬਜਟ ਦੇ ਵਿੱਚ ਹੈ। ਇਹ ਸਾਰਾ ਪ੍ਰੋਬਲਮਸ ਆਪਾਂ ਐਨਾਲਾਈਜ਼ ਕਰਨੇ। ਮੇਨਲੀ ਸਿਸਟਮ ਐਨਾਲਿਸਿਸ ਦੇ ਵਿੱਚ ਕੀ ਕਰਦੇ ਹਾਂ, ਆਪਾਂ ਪ੍ਰੋਬਲਮ ਨੂੰ ਐਨਾਲਾਈਜ਼ ਕਰਦੇ ਹਾਂ। ਦ ਆਊਟਪੁੱਟ ਆਫ ਸਿਸਟਮ ਐਨਾਲਿਸਿਸ ਇਜ਼ ਦ ਰਿਕੁਆਇਰਮੈਂਟ ਡੈਫੀਨੇਸ਼ਨ। ਜੋ ਸਿਸਟਮ ਐਨਾਲਾਈਜ਼ ਸਾਰਾ ਕਰਕੇ ਆਪਾਂ ਨੂੰ ਕੀ ਪਤਾ ਚੱਲਦਾ ਹੈ ਕਿ ਰਿਕੁਆਇਰਮੈਂਟ ਕੀ ਹੋਣਗੀਆਂ ਸਿਸਟਮ ਦੇ ਵਿੱਚ। ਰਿਕੁਆਇਰਮੈਂਟ ਡੈਫੀਨੇਸ਼ਨ ਦੇ ਵਿੱਚ ਕੀ ਆ ਜਾਂਦਾ ਹੈ, ਜੋ ਵੀ ਪ੍ਰੋਬਲਮ ਹੈ, ਜੋ ਵੀ ਆਪਾਂ ਬਣਾ ਰਹੇ ਹਾਂ ਸਿਸਟਮ, ਕਿਹੜੀ ਪ੍ਰੋਬਲਮ ਨੂੰ ਓਵਰਕਮ ਕਰਨ ਲਈ ਬਣਾ ਰਹੇ ਹਾਂ ਉਹ ਪਤਾ ਲੱਗੂਗੀ। ਨੈਕਸਟ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਐਨਾਲਿਸਿਸ ਦੇ ਵਿੱਚ ਜਿਹੜੇ ਵੀ ਡਿਜ਼ਾਈਨਰਸ ਨੇ ਜਾਂ ਐਂਡ ਯੂਜ਼ਰਸ ਜਿਨ੍ਹਾਂ ਨੇ ਸਿਸਟਮ ਯੂਜ਼ ਕਰਨਾ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਰਿਕੁਆਇਰਮੈਂਟਸ ਪਤਾ ਕਰਦੇ ਹਾਂ। ਪਲੱਸ ਡਿਜ਼ਾਈਨ ਵੈਲੀਡੇਸ਼ਨ ਵੀ ਪਤਾ ਲੱਗਦੀ ਹੈ, ਉਹਨਾਂ ਨੂੰ ਕਿਹੋ ਜਿਹਾ ਡਿਜ਼ਾਈਨ ਚਾਹੀਦਾ ਹੈ, ਕੀ ਫੰਕਸ਼ਨਸ ਚਾਹੀਦੇ ਹੈ, ਇਹ ਸਾਰਾ ਕੁਛ ਆਪਾਂ ਨੂੰ ਸਿਸਟਮ ਐਨਾਲਿਸਿਸ ਦੇ ਵਿੱਚ ਯੂਜ਼ਰ ਦੀਆਂ ਨੀਡਸ ਪਤਾ ਲੱਗਦੀਆਂ। ਨੈਕਸਟ ਨੀਡ ਫॉर ਸਿਸਟਮ ਐਨਾਲਿਸਿਸ। ਜ਼ਰੂਰਤ ਕਿਉਂ ਪਈ ਸਿਸਟਮ ਐਨਾਲਾਈਜ਼ ਕਰਨ ਲਈ? ਸਭ ਤੋਂ ਪਹਿਲਾਂ ਹੈ ਸਿਸਟਮ ਓਬਜੈਕਟਿਵ। ਸਿਸਟਮ ਓਬਜੈਕਟਿਵ ਕੀ ਹੁੰਦਾ ਹੈ, ਇਹਦੇ ਵਿੱਚ ਕੀ ਚੈੱਕ ਕੀਤਾ ਜਾਂਦਾ ਹੈ, ਇਟ ਇਜ਼ ਓਬਜ਼ਰਵਡ that the systems are historically in operation and have lost their main purpose of achievement of the objectives। ਸਿਸਟਮ ਦਾ ਓਬਜੈਕਟਿਵ ਚੈੱਕ ਕਰਦੇ ਹਾਂ ਆਪਾਂ, ਕਾਹਦੇ ਲਈ ਇਹ ਸਿਸਟਮ ਆਪਾਂ ਬਣਾ ਰਹੇ ਹਾਂ। ਨੈਕਸਟ ਹੈ ਸਿਸਟਮ ਬਾਊਂਡਰੀਜ਼। ਸਿਸਟਮ ਬਾਊਂਡਰੀਜ਼ ਦੇ ਵਿੱਚ ਸਕੋਪ ਦੇਖਦੇ ਹਾਂ ਉਹਦਾ, ਅਤੇ ਫੰਕਸ਼ਨਲ ਬਾਊਂਡਰੀਜ਼ ਦੇਖਦੇ ਹਾਂ, ਅਤੇ ਜਿਨ੍ਹਾਂ ਲੋਕਾਂ ਨੂੰ ਇਹ ਸਿਸਟਮ ਚਾਹੀਦੇ ਹੈ ਕਿ ਜੋ ਆਪਾਂ ਬਣਾ ਰਹੇ ਹਾਂ ਉਸ ਦਾ ਸਕੋਪ ਫਿਊਚਰ ਹੈਗਾ ਜਾਂ ਨਹੀਂ ਹੈਗਾ। ਨੈਕਸਟ ਹੈ ਸਿਸਟਮ ਇੰਪੋਰਟੈਂਸ। ਸਿਸਟਮ ਇੰਪੋਰਟੈਂਸ ਇਹ ਹੈ ਕਿ ਕਾਹਦੇ ਲਈ ਬਣਾ ਰਿਹਾ, ਕਿਉਂ ਇੰਪੋਰਟੈਂਟ ਹੈ ਇਹ ਸਿਸਟਮ, ਇਹ ਆਪਾਂ ਨੂੰ ਪਤਾ ਲੱਗਦਾ ਹੈ। ਨੈਕਸਟ ਹੈ ਨੇਚਰ ਆਫ ਸਿਸਟਮ, ਵੀ ਸਿਸਟਮ ਕਿਸ ਟਾਈਪ ਦਾ ਹੈ, ਵੈਦਰ ਸਿਸਟਮ ਇਜ਼ ਕਲੋਜ਼ਡ ਸਿਸਟਮ ਹੈ, ਓਪਨ ਸਿਸਟਮ ਹੈ, ਡਿਟਰਮਿਨਿਸਟਿਕ ਹੈ ਜਾਂ
ਪ੍ਰੋਬੇਬਿਲਿਸਟਿਕ ਸਿਸਟਮ ਹੈ, ਜੋ ਵੀ ਟਾਈਪ ਦਾ ਸਿਸਟਮ ਹੈ ਉਹ ਆਪਾਂ ਨੂੰ ਪਤਾ ਲੱਗਦਾ ਹੈ। ਨੈਕਸਟ, ਰੋਲ ਆਫ ਦਾ ਸਿਸਟਮ ਐਜ਼ ਐਨ ਇੰਟਰਫੇਸ। ਸਿਸਟਮ ਕਈ ਵਾਰੀ ਇੰਟਰਫੇਸ ਐਕਟ ਕਰਦਾ ਦੂਸਰੇ ਸਿਸਟਮਸ ਲਈ, ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਸਿਸਟਮ ਦਾ ਰੋਲ ਐਜ਼ ਐਨ ਇੰਟਰਫੇਸ ਹੈ ਜਾਂ ਇਸ ਦਾ ਕੀ ਰੋਲ ਹੈ। ਨੈਕਸਟ ਹੈ ਅੰਡਰਸਟੈਂਡਿੰਗ ਆਫ ਰਿਸੋਰਸ ਨੀਡਸ। ਇਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਰਿਸੋਰਸ ਰਿਕੁਆਇਰਮੈਂਟਸ ਕੀ ਹੈ ਇਨ ਟਰਮਸ ਆਫ ਹਾਰਡਵੇਅਰ ਐਂਡ ਸੋਫਟਵੇਅਰ। ਕਿਹੜਾ ਹਾਰਡਵੇਅਰ ਚਾਹੀਦਾ ਸਿਸਟਮ ਲਈ ਜੋ ਆਪਾਂ ਬਣਾਉਣਾ ਹੈ, ਕਿਹੜੇ ਸੋਫਟਵੇਅਰਸ ਚਾਹੀਦੇ ਹੋਣਗੇ, ਇਹ ਸਭ ਇਹਦੇ ਵਿੱਚ ਪਤਾ ਲੱਗਦਾ ਹੈ। ਨੈਕਸਟ ਹੈ ਅਸੈਸਮੈਂਟ ਆਫ ਫਿਜ਼ੀਬਿਲਿਟੀ। ਫਿਜ਼ੀਬਿਲਿਟੀ ਅਸੈਸਮੈਂਟ ਦੇ ਵਿੱਚ ਪਤਾ ਲੱਗਦਾ ਜੋ ਆਪਾਂ ਬਣਾ ਰਹੇ ਹਾਂ ਸਿਸਟਮ, ਕਿ ਉਹ ਟੈਕਨੀਕਲੀ, ਇਕਨੋਮਿਕਲੀ ਅਤੇ ਓਪਰੇਸ਼ਨਲੀ ਫਿਜ਼ੀਬਲ ਹੈ। ਟੈਕਨੀਕਲੀ ਮਤਲਬ ਫਿਜ਼ੀਬਿਲਿਟੀ ਮਤਲਬ ਕਿ ਇਹ ਸਿਸਟਮ ਅਲੱਗ-ਅਲੱਗ ਐਂਗਲਸ ਤੋਂ ਦੇਖਿਆ ਜਾਂਦਾ ਹੈ ਕਿ ਇਹ ਸਿਸਟਮ ਬਣਾਉਣਾ ਸਹੀ ਹੈ, ਇਹ ਲੋਕਾਂ ਦੇ ਕੰਮ ਆ ਜਾਊਗਾ। ਇਕਨੋਮਿਕ, ਜਿੰਨਾ ਆਪਣਾ ਬਜਟ ਹੈ ਉਹਦੇ ਵਿੱਚ ਬਣ ਜਾਊਗਾ। ਓਪਰੇਸ਼ਨਲ ਫਿਜ਼ੀਬਿਲਿਟੀ ਮਤਲਬ ਜੋ ਵੀ ਆਪਾਂ ਓਪਰੇਸ਼ਨਸ ਕਰਾਂਗੇ ਕਿ ਇਹ ਯੂਜ਼ਫੁਲ ਹੋਣਗੇ ਜਾਂ ਨਹੀਂ ਹੋਣਗੇ, ਅਤੇ ਓਪਰੇਸ਼ਨਸ ਚੱਲਣਗੇ ਜਾਂ ਨਹੀਂ ਹੋਣਗੇ। ਇਹ ਸਾਰੇ ਪੁਆਇੰਟਸ ਕਵਰ ਕਰਦੇ ਆ ਨੀਡ ਫॉर ਸਿਸਟਮ ਐਨਾਲਿਸਿਸ ਨੂੰ। ਨੈਕਸਟ ਹੈ ਸਿਸਟਮ ਡਿਜ਼ਾਈਨ। ਸਿਸਟਮ ਡਿਜ਼ਾਈਨ ਦੇ ਵਿੱਚ ਕੀ ਹੈ, ਜੋ ਵੀ ਆਪਾਂ ਸਿਸਟਮ ਬਣਾ ਰਹੇ ਹਾਂ ਉਹਦੀਆਂ ਸਪੈਸੀਫਿਕੇਸ਼ਨਸ ਦੇਖਦੇ ਹਾਂ ਕੀ ਕੀ ਚਾਹੀਦੀਆਂ, ਜਿਹਦੇ ਵਿੱਚ ਆ ਜੋ ਹਾਰਡਵੇਅਰ ਕੌਨਫੀਗਰੇਸ਼ਨ ਐਂਡ ਸੋਫਟਵੇਅਰ ਕੌਨਫੀਗਰੇਸ਼ਨ। ਕਿਹੜੇ ਕਿਹੜੇ ਹਾਰਡਵੇਅਰ ਚਾਹੀਦੇ ਆ, ਡਿਵਾਈਸਿਸ ਲਾਈਕ ਜਿਵੇਂ ਕੰਪਿਊਟਰਸ ਆ ਜਾਂਦੇ ਆ, ਨੈਟਵਰਕ ਰਿਸੋਰਸਿਸ, ਕਨੈਕਸ਼ਨਸ ਕੋ ਜੋ ਚਾਹੀਦੇ ਹੈ, ਪਾਵਰ ਬੈਕਅਪਸ ਹੋ ਗਏ, ਨੈਟਵਰਕ ਡਿਵਾਈਸਿਸ, ਬੈਕਅਪ ਮੈਕੈਨਿਜ਼ਮ ਐਂਡ ਐਟਸੈਟਰਾ ਐਟਸੈਟਰਾ। ਨੈਕਸਟ ਇਜ਼ ਸੋਫਟਵੇਅਰ ਕੌਨਫੀਗਰੇਸ਼ਨ। ਸੋਫਟਵੇਅਰ ਕੌਨਫੀਗਰੇਸ਼ਨ ਵਿੱਚ ਆਪਾਂ ਦੱਸਦੇ ਹਾਂ ਕਿ ਜੋ ਸੋਫਟਵੇਅਰ ਚਾਹੀਦਾ ਸਿਸਟਮ ਸਿੰਗਲ ਯੂਜ਼ਰ ਹੋਣਾ ਚਾਹੀਦਾ ਜਾਂ ਮਲਟੀ ਯੂਜ਼ਰ ਹੋਣਾ ਚਾਹੀਦਾ, ਜੋ ਜੋ ਸੋਫਟਵੇਅਰ ਇਹ ਸਿਸਟਮ ਯੂਜ਼ ਕਰੂਗਾ। ਫੋਰ ਐਗਜ਼ਾਮਪਲ ਬਾਇਓਮੀਟ੍ਰਿਕ ਸੋਫਟਵੇਅਰ ਚਾਹੀਦਾ ਸਿਸਟਮ ਦੇ ਵਿੱਚ, ਐਡਮਿਨ ਪਾਵਰ ਚਾਹੀਦੀ ਹੈ, ਯੂਜ਼ਰ ਪਾਵਰ ਕੀ ਹੈ, ਇਹ ਸਾਰਾ ਕੁਛ ਸੋਫਟਵੇਅਰ ਕੌਨਫੀਗਰੇਸ਼ਨ ਦੇ ਵਿੱਚ ਡਿਸਾਈਡ ਹੁੰਦਾ ਹੈ। ਨੈਕਸਟ ਵੈਰੀ ਇੰਪੋਰਟੈਂਟ ਇਜ਼ SDLC। SDLC ਦਾ ਫੁੱਲ ਫਾਰਮ ਵੀ ਪੁੱਛਿਆ ਜਾਂਦਾ ਸਪੈਸ਼ਲੀ। SDLC ਦਾ ਫੁੱਲ ਫਾਰਮ ਹੁੰਦਾ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ। ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਕੀ ਹੈ, ਇਟ ਇਜ਼ ਅ ਮੈਥਡ ਆਫ ਕ੍ਰੀਏਟਿੰਗ ਇਨਫੋਰਮੇਸ਼ਨ ਸਿਸਟਮਸ। ਜੋ ਵੀ ਆਪਾਂ ਇਨਫੋਰਮੇਸ਼ਨ ਸਿਸਟਮ ਬਣਾ ਰਹੇ ਹਾਂ ਉਸ ਦਾ ਪੂਰਾ ਇੱਕ ਫੇਜ਼ ਦੱਸਿਆ ਜਾਂਦਾ, ਮੈਥਡ ਦੱਸਿਆ ਜਾਂਦਾ ਕਿਵੇਂ ਆਪਾਂ ਸਿਸਟਮ ਕ੍ਰੀਏਟ ਕਰਨਾ ਹੈ। ਵੇਰੀਅਸ ਫੇਜ਼ਿਸ ਦੇ ਵਿੱਚ ਹੁੰਦਾ 6 to 7 ਫੇਜ਼ਿਸ ਦੇ ਵਿੱਚ, ਸਟੈਪ ਬਾਏ ਸਟੈਪ ਜਿਵੇਂ ਸਿਸਟਮ ਬਣਨਾ ਹੈ ਉਹ ਫੇਜ਼ਿਸ ਇਹਦੇ ਵਿੱਚ ਦੱਸੇ ਜਾਂਦੇ ਹੈ। ਦ ਸਟੱਡੀ ਆਫ ਦ ਸਟੇਜਿਸ ਆਫ SDLC ਇਜ਼ ਕਾਲਡ ਐਜ਼ ਸਿਸਟਮ ਸਟੱਡੀ। ਅਲੱਗ-ਅਲੱਗ ਸਟੈਪਸ ਦੇ ਵਿੱਚ ਸਿਸਟਮ ਬਣਾਇਆ ਜਾਂਦਾ ਹੈ, ਹਰ ਸਟੈਪ ਨੂੰ ਸਟੱਡੀ ਕਰਨਾ ਉਹਨੂੰ ਬੋਲਦੇ ਆ ਸਿਸਟਮ ਸਟੱਡੀ। ਦ ਸੋਫਟਵੇਅਰ ਸਿਸਟਮ ਲਾਈਫ ਸਾਈਕਲ ਇਜ਼ ਅ ਸੋਫਟਵੇਅਰ ਪ੍ਰੋਸੈਸ ਬਾਏ ਵਿਚ ਅ ਸੋਫਟਵੇਅਰ ਸਿਸਟਮ ਇਜ਼ ਡਿਵੈਲਪਡ। ਸਿਸਟਮ ਸਭ ਤੋਂ ਪਹਿਲਾਂ ਬਣਦਾ ਹੈ, ਉਸ ਤੋਂ ਬਾਅਦ ਟੈਸਟ ਹੁੰਦਾ ਹੈ, ਫਿਰ ਜੋ ਵੀ ਆਰਗੇਨਾਈਜੇਸ਼ਨ ਨੇ ਸਿਸਟਮ ਬਣਵਾਇਆ ਹੈ ਉਸ ਦੇ ਸਿਸਟਮ ਦੇ ਵਿੱਚ ਇੰਸਟਾਲ ਕੀਤਾ ਜਾਂਦਾ ਆਰਗੇਨਾਈਜੇਸ਼ਨ ਦੇ ਵਿੱਚ ਸਿਸਟਮ। ਉਸ ਤੋਂ ਬਾਅਦ ਮੇਨਟੇਨੈਂਸ ਹੁੰਦੀ ਹੈ। ਲਾਸਟ ਬਟ ਨਾਟ ਲੀਸਟ, ਜੋ ਵੀ ਸਿਸਟਮ ਆਪਾਂ ਬਣਾ ਦਿੱਤਾ ਆਰਗੇਨਾਈਜੇਸ਼ਨ ਨੂੰ ਦੇ ਦਿੱਤਾ ਉਸ ਦੀ ਮੇਨਟੇਨੈਂਸ ਕੰਟੀਨਿਊ ਹੁੰਦੀ ਹੈ ਥਰੂ ਆਊਟ ਇਟਸ ਯੂਜ਼ਫੁਲ ਹਿਸਟਰੀ। ਨੈਕਸਟ ਇਜ਼ phases of SDLC, very very important. First phase is system study. ਜੋ ਵੀ ਆਪਾਂ ਸਿਸਟਮ ਬਣਾਉਂਦੇ ਹਾਂ ਉਸ ਦੀ ਡੈਪਥ ਦੇ ਵਿੱਚ ਸਟੱਡੀ ਕਰਨੀ ਪੈਂਦੀ ਹੈ ਕਿ ਜੋ ਸਿਸਟਮ ਆਪਾਂ ਬਣਾ ਰਹੇ ਹਾਂ ਕਿਉਂ ਬਣਾ ਰਹੇ ਹਾਂ, ਕਾਹਦੇ ਲਈ ਬਣਾ ਰਹੇ ਹਾਂ, ਕੀ ਕੀ ਰਿਕੁਆਇਰਮੈਂਟਸ ਹੋਣਗੀਆਂ, ਕੀ ਇਸ ਦਾ ਫਿਊਚਰ ਸਕੋਪ ਹੋਵੇਗਾ, ਇਹ ਇਹਦੇ ਵਿੱਚ ਡਿਸਕਸ ਹੁੰਦਾ ਹੈ। ਸੈਕਿੰਡ ਹੈ ਫਿਜ਼ੀਬਿਲਿਟੀ ਸਟੱਡੀ। ਜੋ ਬਣਾ ਰਹੇ ਹੈ ਸਿਸਟਮ ਕੀ ਇਹ ਯੂਜ਼ਰ ਦੇ ਜ਼ਰੂਰਤ ਹੈਗੀ ਹੈ ਸਿਸਟਮ ਬਣਾਉਣ ਦੀ ਜਾਂ ਨਹੀਂ। ਥਰਡ ਇਜ਼ ਐਨਾਲਿਸਿਸ। ਐਨਾਲਿਸਿਸ ਦੇ ਵਿੱਚ ਆਪਾਂ ਲੌਜੀਕਲ ਡਿਜ਼ਾਈਨ ਡਿਸਕਸ ਕਰਾਂਗੇ। ਨੈਕਸਟ ਡਿਜ਼ਾਈਨ ਦੇ ਵਿੱਚ ਫਿਜ਼ੀਕਲ ਡਿਜ਼ਾਈਨ ਡਿਸਕਸ ਕਰਾਂਗੇ। ਇੰਪਲੀਮੈਂਟੇਸ਼ਨ ਦੇ ਵਿੱਚ ਸਿਸਟਮ ਦੀ ਕੰਸਟਰਕਸ਼ਨ ਪਾਰਟ ਆ ਜਾਂਦੀ ਹੈ ਪਲੱਸ ਟੈਸਟਿੰਗ। ਮੇਨਟੇਨੈਂਸ ਦੇ ਵਿੱਚ ਸਿਸਟਮ ਡਿਪਲੋਏ ਕਰ ਦਿੰਦੇ, ਡਿਲੀਵਰ ਕਰ ਦਿੰਦੇ ਅਤੇ ਥਰੂ ਆਊਟ ਇਟਸ ਮੇਨਟੇਨੈਂਸ ਚੱਲਦੀ ਹੈ। ਇਹ 6 ਫੇਜ਼ਿਸ ਬਹੁਤ ਬਹੁਤ ਇੰਪੋਰਟੈਂਟ ਹੈ SDLC ਦੇ। ਫਸਟ ਫੇਜ਼ ਇਜ਼ ਸਿਸਟਮ ਸਟੱਡੀ, ਸੈਕਿੰਡ ਫੇਜ਼ ਇਜ਼ ਫਿਜ਼ੀਬਿਲਿਟੀ ਸਟੱਡੀ, ਥਰਡ ਫੇਜ਼ ਇਜ਼ ਐਨਾਲਿਸਿਸ, fourth phase is design, fifth phase implementation and last phase is maintenance. So the very first phase is system study. In system study
वी डिस्कस वॉट इज़ द प्रॉब्लम। जो आप सिस्टम बना रहे हैं क्यों बना रहे हैं। सिस्टम स्टडी दे विच आपां डील करते हैं यूज़र नाल, जिसनों ऑर्गेनाइजेशन ने सिस्टम मंगवाया है कि उन्होंने की चीज़ां चाहिए, क्यों चाहिए, की उसदियां रिक्वायरमेंट्स है, ये सारा कुछ ये आपां स्टडी करते हैं। वैन एवर यू आर गोइंग टू डिवेलप अ सोल्यूशन फॉर द प्रॉब्लम इट इज़ रिक्वायर्ड दैट यू नो द प्रॉब्लम वैल। जदों भी आपां कोई सिस्टम बनाना है सब तो पहला आपां नूं पता होना चाहिए कि ये सिस्टम आपां क्यों बना रहे हैं, की काम लई बना रहे हैं, की अपनियां प्रॉब्लम सॉल्व हो जाणगियां सिस्टम बनाउण नाल। द नॉलेज ऑफ द प्रॉब्लम फॉर्म्स द बेस फॉर डेवलपमेंट ऑफ अ गुड सोल्यूशन। जिन्नी प्रॉब्लम नूं आपां वध जाणांगे उस दा रिजल्ट की हो, आपां उन्ना ही वधिया सोल्यूशन उस दे लई बनावांगे। ਇਹ ਕਾਹਦੇ ਨਾਲ ਹੁੰਦਾ ਹੈ, ਜਦੋਂ ਆਪਾਂ ਯੂਜ਼ਰ ਤੋਂ ਉਸਦੀਆਂ ਰਿਕੁਆਇਰਮੈਂਟਸ ਜਾਣਦੇ ਹਾਂ। ਨੈਕਸਟ ਇਸ ਤੋਂ ਬਾਅਦ ਕੀ ਆ ਜਾਂਦਾ ਹੈ, ਸਭ ਤੋਂ ਪਹਿਲਾਂ ਆਪਾਂ ਪ੍ਰੋਬਲਮ ਨੂੰ ਜਾਣਦੇ ਹਾਂ ਸਿਸਟਮ ਸਟੱਡੀ ਫੇਜ਼ ਦੇ ਵਿੱਚ। ਉਸ ਤੋਂ ਬਾਅਦ ਕੀ ਆ ਜਾਂਦਾ ਹੈ ਕਿ ਆਪਾਂ ਯੂਜ਼ਰਸ ਜੋ ਵੀ ਆਪਾਂ ਪਹਿਲਾਂ ਯੂਜ਼ ਕਰ ਰਹੇ ਆ ਉਹਨਾਂ ਦੀਆਂ ਐਗਜ਼ਿਸਟਿੰਗ ਕੰਪਲੇਂਟਸ ਨੂੰ ਜਾਣਦੇ ਹਾਂ, ਕਸਟਮਰਸ ਦੀਆਂ ਕੰਪਲੇਂਟਸ ਨੂੰ ਜਾਣਦੇ ਆ, ਉਹਦੇ ਨਾਲ ਵੀ ਆਪਾਂ ਸਿਸਟਮ ਦੇ ਵਿੱਚ ਹੋਰ ਇੰਪਰੂਵਮੈਂਟ ਕਰ ਸਕਦੇ ਹਾਂ। ਸਿਸਟਮ ਸਟੱਡੀ ਦੇ ਵਿੱਚ ਕੀ ਆ ਜਾਂਦਾ ਹੈ, करंट वर्किंग ऑफ द सिस्टम्स पता चल जाता है तो एंड इट्स एक्सपैक्टेड नीड्स। जो भी आप सिस्टम बना रहे हैं उस दे पहला भी कोई ना कोई सोल्यूशन बनया हो, हिस्टोरिकल सोल्यूशनस नूं भी स्टडी करते हैं तो उहदे बारे पता लगता है पहला इन्हां दे विच की आपां प्रॉब्लम्स फेस कर चुके हैं, उही प्रॉब्लम्स नूं आपां रिमूव करके एक नवा सिस्टम बनाना है, बैटर सोल्यूशन बनाना है। नैक्सट फेज इज़ फीजिबिलिटी स्टडी। फीजिबिलिटी स्टडी है सैकेंड फेज़ है ये SDLC का। इट इज़ बेसिकली द टेस्ट ऑफ प्रपोज्ड सिस्टम इन द लाइट ऑफ इट्स वर्केबिलिटी, मीटिंग यूजर्स रिक्वायरमेंट्स, इफेक्टिव यूज़ ऑफ रिसोर्सिज एंड द कॉस्ट इफेक्टिवनैस ऑफ सिस्टम। ਇਹਦੇ ਵਿੱਚ 4 पार्ट्स आ जाते हैं। सब तो पहला पार्ट है प्रॉब्लम की स्टेटमेंट डिस्कस करते हैं कि जो आप प्रॉब्लम ਦਾ सोल्यूशन बना रहे हैं कि वो प्रॉब्लम की है। नॉन टैक्नीकल टर्म्स ਦੇ ਵਿੱਚ ਵੀ ਇਹ प्रॉब्लम ਨੂੰ ਜਾਣਦੇ हैं। सैकेंड फेज़ की है एक्सट्रैक्ट ऑफ सर्वे एंड रिकमेंडेशनस। ਆਪਾਂ उस प्रॉब्लम ਲਈ सर्वे कंडक्ट करते हैं तो पब्लिक तो या कस्टमर्स तो वेरीअस रिकमेंडेशनस लेने कि वो प्रॉब्लम का की सोल्यूशन हो सकता है। थर्ड की है डिटेल्स ऑफ सर्वे। जो भी आप सर्वे कंडक्ट किया है उसके सारे डिटेल्स लैके उसदियां रिपोर्ट्स बना लैने, बैनीफिट्स पता लग जाते, कॉस्ट पता चल जाता प्रपोज्ड सिस्टम का। नैक्सट इस दे विच आ जाता कंकलूजनस एंड रैकमेंडेशनस। जो भी आप सर्वे किया एट द एंड सारा कंकलूड करके एक कंकलूजन निकलता है फाइनली, तो रैकमेंडेशनस पता चल जाती कि आप की रख सकते हैं। जिमें आपको फैक्ट्स पता लगते हैं, फॉर एग्जाम्पल प्रोजैक्ट की कॉम्पलैक्सिटी, कितना क कॉम्पलैक्स है अपना प्रोजैक्ट, प्रोजैक्ट का साइज़ कितना वड्डा हो सकता है, प्रोजैक्ट की कॉस्ट कितनी आ सकती है, ट्रेनिंग ते किन्ने पैसे लग सकते हैं, ये सब फीजिबिलिटी स्टडी दे विच आ जाता है। फीजिबिलिटी दे विच मेनली ये चीज़ पता लगती है कि इसका जो भी आप बना रहे हैं प्रोडक्ट उसका स्कोप है या नहीं है। नैक्सट द थर्ड फेज़ इज़ एनालिसिस। आप सिस्टम एनालिसिस पहला भी स्टडी कर चुके हैं। वॉट एवर इज़ टेस्टेड इन फीजिबिलिटी स्टडी इज़ प्रजेंटेड इन दिस फेज़ इन द फॉर्म ऑफ पिक्चर्स। फीजिबिलिटी दे विच आपां एक सर्वे कंडक्ट करते हैं, सर्वेज तो आपां सोल्यूशन कढ़ते हैं, एक एट द एंड आपां कंकलूजन कढ़ लैने कि सर्वे का कंकलूजन है। जो भी थर्ड फेज़ एनालिसिस फेज़ दे विच आपां की करते हैं, इस फेज़ दे विच जो भी अपना कंकलूजन आया वो पिक्चर्स दे फॉर्म दे विच रिप्रजेंट कर लैने, डायग्राम्स दे फॉर्म दे विच। फॉर एग्जाम्पल ER डायग्राम दे विच या डाटा फ्लो डायग्राम चार्ट्स बना लैने, पिक्चर के फॉर्म दे विच आपां नूं सारियां प्रॉब्लम्स ते सोल्यूशनस रिप्रजेंट कर लैने एनालिसिस फेज़ दे विच। नैक्सट फेज़ इज़ डिज़ाइन फेज़। डिज़ाइन फेज़ दे विच की आ जाता है, एनालिसिस फेज़ दे विच लॉजिकल व्यू आंदा सिस्टम का जो कि आप पिक्चर्स के फॉर्म दे विच रिप्रजेंट करते हैं। डिज़ाइन फेज़ दे विच फिजिकल डिज़ाइन तैयार हो जाता है। इट डिस्क्राइब्स द फाइनल सिस्टम दैट इज़ टू बी डिज़ाइंड एंड इंप्लीमेंटेड। देयर मे बी ए नंबर ऑफ फिजिकल डिज़ाइनस फॉर अ लॉजिकल डिज़ाइन। पहला एनालिसिस फेज़ दे विच की फॉर्मूलाज बन जाते हैं, लॉजिकल डिज़ाइन हो जाता है जो कि अपने दिमाग दे विच है। डिज़ाइन फेज़ दे विच एक्चुअल डिज़ाइन तैयार हो जाता है। फॉर एग्जाम्पल एक कार की प्रोडक्शन करनी है, एक कार का नवा मॉडल तैयार करना है,
एनालिसिस फेज ਦੇ ਵਿੱਚ ਕੀ ਹੋਊ, ਇੱਕ 3D ਮਾਡਲ ਕੰਪਿਊਟਰ ਦੇ ਵਿੱਚ ਲੌਜੀਕਲ ਜੋ ਆਪਣੇ ਦਿਮਾਗ ਦੇ ਵਿੱਚ ਹੋ ਵਿਊ ਉਹ ਤਿਆਰ ਹੋ ਜਾਂਦਾ ਹੈ। ਡਿਜ਼ਾਈਨ ਫੇਜ਼ ਦੇ ਵਿੱਚ ਐਕਚੁਅਲ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਕਿ ਕੀ ਡਿਜ਼ਾਈਨ ਦਾ ਆਪਣਾ ਸਿਸਟਮ ਜਾਂ ਜੋ ਵੀ ਪ੍ਰੋਡਕਟ ਹੈ ਉਹ ਦਿਖੇਗਾ। ਇੱਕ ਸੋਲਿਊਸ਼ਨ, ਇੱਕ ਲੌਜੀਕਲ ਸੋਲਿਊਸ਼ਨ ਦੇ ਪਿੱਛੇ ਬਹੁਤ ਸਾਰੇ ਫਿਜ਼ੀਕਲ ਡਿਜ਼ਾਈਨਸ ਹੋ ਸਕਦੇ ਹੈ। ਇਹ ਵੀ ਇੱਕ ਪ੍ਰੋਬਲਮ ਹੈ ਕਿ ਉਸ ਦੇ ਵਿੱਚੋਂ ਕਿਹੜਾ ਆਪਾਂ ਡਿਜ਼ਾਈਨ ਬੈਸਟ ਸਿਲੈਕਟ ਕਰਨਾ ਹੈ। ਨੈਕਸਟ ਇਜ਼ ਇੰਪਲੀਮੈਂਟੇਸ਼ਨ ਫੇਜ਼। ਇੰਪਲੀਮੈਂਟੇਸ਼ਨ ਫੇਜ਼ ਬਹੁਤ ਇੰਪੋਰਟੈਂਟ ਫੇਜ਼ ਹੈ। ਇਹਦੇ ਵਿੱਚ 3 ਮੇਜਰ ਪਾਰਟਸ ਆਉਂਦੇ ਹੈ SDLC ਦੇ, ਸੌਫਟਵੇਅਰ ਡਿਵੈਲਪਮੈਂਟ ਲਾਈਫ ਸਾਈਕਲ ਦੇ। ਪਹਿਲਾ ਫੇਜ਼ ਹੈ ਫਿਜ਼ੀਕਲ ਡਿਜ਼ਾਈਨ ਐਂਡ ਇੰਟੀਗ੍ਰੇਸ਼ਨ, ਸੈਕਿੰਡ ਫੇਜ਼ ਇਜ਼ ਕੰਸਟਰਕਸ਼ਨ ਐਂਡ ਟੈਸਟਿੰਗ, ਥਰਡ ਫੇਜ਼ ਇਜ਼ ਐਕਚੁਅਲ ਇੰਪਲੀਮੈਂਟੇਸ਼ਨ ਆਫ ਦ ਪ੍ਰੋਪੋਜ਼ਡ ਸੋਲਿਊਸ਼ਨ। ਫਿਜ਼ੀਕਲ ਡਿਜ਼ਾਈਨ ਐਂਡ ਇੰਟੀਗ੍ਰੇਸ਼ਨ ਵਿੱਚ ਜੋ ਵੀ ਫਿਜ਼ੀਕਲ ਡਿਜ਼ਾਈਨ, ਜਿਵੇਂ ਕਾਰ ਦਾ ਮਾਡਲ ਹੈ ਪੂਰਾ ਰੈਡੀ ਹੋ ਗਿਆ। ਇੰਟੀਗ੍ਰੇਸ਼ਨ ਮਤਲਬ ਜੋ ਵੀ ਉਹਦੇ ਅੱਡ-ਅੱਡ ਪਾਰਟਸ ਹੈ ਸਾਰੇ ਉਹ ਜੋੜ ਕੇ ਇੱਕ ਮਾਡਲ ਪੂਰਾ ਤਿਆਰ ਕਰ ਦਿੱਤਾ ਜਾਂਦਾ ਹੈ। ਕੰਸਟਰਕਸ਼ਨ ਐਂਡ ਟੈਸਟਿੰਗ ਦੇ ਵਿੱਚ ਜੋ ਵੀ ਆਪਾਂ ਬਣਾ ਲਿਆ, ਕਾਰ ਦਾ ਮਾਡਲ ਰੈਡੀ ਹੋ ਗਿਆ, ਉਸ ਦੀ ਟੈਸਟਿੰਗ ਕੀਤੀ ਜਾਂਦੀ ਹੈ। ਰੈਡੀ ਕਰਕੇ ਸਾਰੀ ਟੈਸਟਿੰਗ ਕੀਤੀ ਜਾਂਦੀ ਹੈ ਕਿ ਜਿਵੇਂ ਉਹ ਆਪਾਂ ਨੂੰ ਕੰਮ ਕਰਦਾ ਚਾਹੀਦਾ ਸੀ ਮਾਡਲ, ਐਜ਼ ਇਟ ਇਜ਼ ਵਰਕ ਕਰ ਰਿਹਾ ਜਾਂ ਨਹੀਂ ਕਰ ਰਿਹਾ। ਥਰਡ ਫੇਜ਼ ਇਜ਼ ਐਕਚੁਅਲ ਇੰਪਲੀਮੈਂਟੇਸ਼ਨ ਆਫ ਦ ਪ੍ਰੋਪੋਜ਼ਡ ਸੋਲਿਊਸ਼ਨ। ਜੋ ਆਪਾਂ ਸੋਚਿਆ ਸੀ, ਯੂਜ਼ਰ ਦੀਆਂ ਆਪਾਂ ਰਿਕੁਆਇਰਮੈਂਟਸ ਨੋਟ ਕਰ ਲਈਆਂ ਸੀ, ਆਪਾਂ ਨੂੰ ਜੋ ਉਸ ਦੀਆਂ ਰਿਕੁਆਇਰਮੈਂਟਸ ਹੈ ਚੈੱਕ ਕਰਦੇ ਹਾਂ ਕਿ ਉਹ ਇੰਪਲੀਮੈਂਟ ਹੋ ਰਿਹਾ ਹੈ ਜਾਂ ਨਹੀਂ ਹੋਇਆ। ਫਾਈਨਲੀ ਆਪਾਂ ਪ੍ਰੋਡਕਟ ਨੂੰ ਯੂਜ਼ ਕਰਕੇ ਦੇਖ ਰਹੇ ਹਾਂ ਕਿ ਉਸ ਦੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ। ਇਸ ਇੰਪਲੀਮੈਂਟੇਸ਼ਨ ਫੇਜ਼ ਦੇ ਵਿੱਚ ਜੋ ਸਟੈਪਸ ਫੋਲੋ ਕੀਤੇ ਜਾਂਦੇ ਨੇ ਉਹ ਨੇ, ਫਸਟ ਇਜ਼ ਡਾਟਾਬੇਸ ਕ੍ਰੀਏਸ਼ਨ। ਡਾਟਾਬੇਸ ਜੋ ਵੀ ਚਾਹੀਦਾ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਦਾ, ਉਹ ਡਾਟਾਬੇਸ ਕ੍ਰੀਏਟ ਕੀਤਾ ਜਾਂਦਾ ਇਸ ਦੇ ਵਿੱਚ। ਸੈਕਿੰਡ ਇਜ਼ ਕਮਰਸ਼ੀਅਲ ਸੌਫਟਵੇਅਰ ਔਰ ਕਸਟਮਾਈਜ਼ਡ ਸੌਫਟਵੇਅਰ ਪੈਕੇजेस ਆਰ ਇੰਸਟਾਲਡ। ਸਭ ਤੋਂ ਪਹਿਲਾਂ ਡਾਟਾਬੇਸ ਕ੍ਰੀਏਟ ਕਰ ਲਿਆ ਜਾਂਦਾ ਹੈ, ਉਸ ਤੋਂ ਬਾਅਦ ਸੌਫਟਵੇਅਰ ਜੋ ਵੀ ਚਾਹੀਦਾ ਕਮਰਸ਼ੀਅਲ ਹੈ ਜਾਂ ਕਸਟਮਾਈਜ਼ ਸੌਫਟਵੇਅਰ ਹੈ ਉਹ ਵੀ ਪੈਕੇजेस ਇੰਸਟਾਲ ਕਰ ਦਿੱਤੇ ਜਾਂਦੇ ਆਪਣੇ ਸਿਸਟਮ 'ਚ। ਥਰਡ ਇਜ਼ ਯੂਜ਼ਰ ਐਂਡ ਸਿਸਟਮ ਇੰਟਰਫੇਸਿਸ ਆਰ ਕੰਸਟਰਕਟਿਡ। ਯੂਜ਼ਰ ਐਂਡ ਸਿਸਟਮ ਇੰਟਰਫੇਸ ਵੀ ਕੰਸਟਰਕਟ ਕਰ ਦਿੱਤੇ ਜਾਂਦੇ ਹੈ। ਵੈਰੀ ਲਾਸਟ ਫੇਜ਼ ਇਜ਼ ਸਿਸਟਮ ਆਪਰੇਸ਼ਨਸ ਐਂਡ ਮੇਨਟੇਨੈਂਸ। ਸਿਸਟਮ ਆਪਰੇਸ਼ਨਸ ਐਂਡ मेंटेनेंस फेज़ है जो वेरी लास्ट फेज़ है SDLC का सिस्टम डेवलपमेंट लाइफ साइकिल का। इट इज़ ऑल्सो कॉल्ड इंस्टॉलेशन एंड डिलीवरी फेज़। इस दे विच की हुंदा है, जो आपां सिस्टम बना लिया है उसनूं यूज़र दी जो भी ऑर्गेनाइजेशन ने डिमांड की सी सिस्टम दी, उसदी ऑर्गेनाइजेशन कोल इंस्टॉल कराने हैं तो उसनूं प्रोडक्ट डिलीवर कर देने हैं। System is installed on the organization's environment and users are trained about the system efficiently। जो भी उत्थे users है जो सिस्टम ਨੂੰ यूज़ करनगे ਉਹਨਾਂ ਨੂੰ ट्रेनिंग दे ਦਿੱਤੀ ਜਾਂਦੀ है कि सिस्टम किवें यूज़ करना है। आफ्टर दैट मेंटेनेंस स्टार्ट्स। उस तो बाद मेंटेनेंस शुरू होंदी है विच कवर्स असिस्टिंग यूजर्स, फिक्सिंग सॉफ्टवेयर डिफेक्ट्स, रिकवरिंग द सिस्टम, अडैप्टेशन ऑफ न्यू रिक्वायरमेंट्स। मेंटेनेंस फेज़ ਦੇ ਵਿੱਚ ਕੀ ਹੁੰਦਾ ਹੈ, ਜਦੋਂ ਸਿਸਟਮ ਇੱਕ ਵਾਰ ਡਿਲੀਵਰ ਕਰ ਦਿੱਤਾ ਜਾਂਦਾ ਆਰਗੇਨਾਈਜੇਸ਼ਨ ਨੂੰ, ਉਸ ਤੋਂ ਬਾਅਦ ਸਿਸਟਮ ਯੂਜ਼ ਕਰਨ ਦੇ ਵਿੱਚ ਯੂਜ਼ਰਸ ਨੂੰ ਕੁਝ ਪ੍ਰੋਬਲਮਸ ਆਉਂਦੀਆਂ। ਅਸਿਸਟਿੰਗ ਯੂਜ਼ਰਸ ਮੀਨਸ ਉਹਨਾਂ ਨੂੰ ਯੂਜ਼ਰਸ ਨੂੰ ਹੈਲਪ ਕੀਤਾ ਜਾਂਦਾ ਹੈ ਕਿ ਕਿਵੇਂ ਯੂਜ਼ ਕਰਨਾ ਹੈ ਸਿਸਟਮ ਨੂੰ ਅਗਰ ਉਹ ਪ੍ਰੋਬਲਮਸ ਫੇਸ ਕਰ ਰਹੇ ਹੈ। ਸੈਕਿੰਡ ਇਜ਼ ਫਿਕਸਿੰਗ ਸੌਫਟਵੇਅਰ ਡਿਫੈਕਟਸ। ਅਗਰ ਸੌਫਟਵੇਅਰ ਯੂਜ਼ ਕਰਨ ਦੇ ਵਿੱਚ ਕੁਝ ਪ੍ਰੋਬਲਮ ਆ ਰਹੀ ਹੈ ਜਾਂ ਸੌਫਟਵੇਅਰ ਦੇ ਵਿੱਚ ਕੁਝ ਡਿਫੈਕਟਸ ਨੇ ਉਹ ਵੀ ਠੀਕ ਕੀਤੇ ਜਾਂਦੇ ਇਸ ਫੇਜ਼ ਦੇ ਵਿੱਚ। रिकवरिंग द सिस्टम दी जो प्रॉब्लम्स है उसकी रिकवरी की जाती है, एरर्स की रिकवरी की जाती है या डिफेक्ट्स की रिकवरी की जाती है। एंड लास्ट इज़ अडैप्टेशन ऑफ न्यू रिक्वायरमेंट्स। अगर कुछ नवीं रिक्वायरमेंट्स है अपडेशनस की जाती हैं टाइम टू टाइम सिस्टम दे विच।